जो तो प्रेम खेलन का चाओ, सिर धर तली गली मेरियाओ। इत मार्ग पैर तरीजै, सिर दीजै कान न कीजै। इत मार्ग पैर तरीजै, सिर दीजै कान न कीजै। जुगो जुग अटल चबर छतर तख्त दे मालक, दसां पातशाहियां दी जोत। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕਰ ਰਹੇ ਸੀ। ਸੋ ਆਓ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਦੇ ਜੀਵਨ ਦੇ ਵਿੱਚੋਂ ਸਤਿਗੁਰਾਂ ਨੇ ਆਨੰਦਪੁਰ ਨੂੰ ਛੱਡਣਾ, ਸਰਸਾ ਤੇ ਪਰਿਵਾਰ ਦਾ ਵਿਛੋੜਾ, ਚਮਕੌਰ ਜੰਗ, ਸ਼ਹਾਦਤਾਂ ਤੇ ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਇਹ ਸਾਰੇ ਪ੍ਰਸੰਗ ਨੂੰ ਕੁਝ ਦਿਨ ਆਪਾਂ ਵਾਚਾਂਗੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜ਼ੂਰ ਦੇ ਪਵਿੱਤਰ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪਾਤਸ਼ਾਹ ਜੀ ਦਾ ਜੀਵਨ ਬਹੁਤ ਹੀ ਕਰੁਣਾਮਈ ਹੈ। ਜਦ ਵੀ ਇਹ ਦਿਨ ਆਉਂਦੇ ਹੈ ਪੋਹ ਦੇ, ਤਾਂ ਸਾਨੂੰ ਸਾਕਾ ਸਰਹੰਦ, ਸਾਕਾ ਚਮਕੌਰ, ਆਪ ਮੁਹਾਰੇ ਹੀ ਚੇਤੇ ਆ ਜਾਂਦਾ ਹੈ। ਇੱਕ ਵਿਦਵਾਨ ਦਾ ਕਥਨ ਹੈ, ਕੋਈ ਕੌਮ ਮਹਿਰਮ ਨੂੰ ਮੰਨਦੀ ਏ, ਕੋਈ ਵੱਡੇ ਦਿਨਾਂ ਦਾ ਧਿਆਨ ਧਰਦਾ, ਦਿਨ ਪੋਹ ਦੇ ਸਾਨੂੰ ਵੀ ਭੁੱਲਦੇ ਨਾ, ਡਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ। ਸੋ ਇਹਨਾਂ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀ, ਪਿਆਰਿਆਂ ਦੀ, ਸਿੰਘਾਂ ਦੀ ਸ਼ਹਾਦਤ ਹੋਈ ਹੈ। ਆਓ ਆਪਾਂ ਪ੍ਰਸੰਗ ਨੂੰ ਆਨੰਦਪੁਰ ਦੇ ਘੇਰੇ ਤੋਂ ਆਰੰਭ ਕਰਦੇ ਹਾਂ। ਜਿਵੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਪੀਰੀ ਦੇ ਸਤਿਗੁਰੂ ਨੇ ਸ਼ਸਤਰ ਚੁੱਕੇ, 4 ਜੰਗਾਂ ਕੀਤੀਆਂ। ਇਸੇ ਤਰ੍ਹਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਤੋਂ ਉਪਰੰਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਸ਼ਸਤਰ ਚੁੱਕੇ ਨੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਕਈ ਜੰਗਾਂ ਹੋਈਆਂ। ਸਭ ਤੋਂ ਪਹਿਲਾ ਜੰਗ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭੰਗਾਣੀ ਦਾ ਲੜਿਆ, ਜਿੱਤ ਪ੍ਰਾਪਤ ਕੀਤੀ। ਜੰਗ ਜਿੱਤ ਕੇ ਸਤਿਗੁਰੂ ਆਏ, ਖਬਰ ਮਿਲੀ ਮਹਾਰਾਜ ਨੂੰ, ਸਤਿਗੁਰੂ ਤੁਹਾਡੇ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਆਗਮਨ ਹੋਇਆ ਹੈ। ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਦਾ ਨਾਮ ਅਜੀਤ ਸਿੰਘ ਰੱਖਿਆ, ਇਹਨੂੰ ਕੋਈ ਜਿੱਤ ਨਹੀਂ ਸਕੇਗਾ। ਆਨੰਦਪੁਰ ਆਏ ਮਹਾਰਾਜ, ਇੱਥੇ ਰੌਣਕਾਂ ਲੱਗੀਆਂ, ਬੇਅੰਤ ਸਿੱਖ ਸੰਗਤਾਂ ਆਉਂਦੀਆਂ ਨੇ, ਨਤਮਸਤਕ ਹੁੰਦੀਆਂ ਹਨ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕਿਰਤਾਰਥ ਕਰਦੇ ਹੈ। ਪਰ ਦੂਜੇ ਪਾਸੇ ਪਹਾੜੀ ਰਾਜੇ
ਇਹ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਈਰਖਾ ਕਰਦੇ ਹੈ। ਇਹਨਾਂ ਨੂੰ ਸੱਚੇ ਪਾਤਸ਼ਾਹ ਦਾ ਫੌਜਾਂ ਰੱਖਣਾ ਚੰਗਾ ਨਹੀਂ ਲੱਗਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਿੰਘ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਜਾਂਦੇ, ਇਹਨਾਂ ਨੂੰ ਪਾਉਂਦੇ ਨਹੀਂ। ਵੱਜਦਾ ਹੋਇਆ ਰਣਜੀਤ ਨਗਾਰਾ ਇਹਨਾਂ ਨੂੰ ਚੰਗਾ ਨਹੀਂ ਲੱਗਦਾ। ਸਤਿਗੁਰੂ ਤਾਂ ਕਿਰਪਾ ਕਰਦੇ ਹੈ, ਪਰ ਇਹਨਾਂ ਦੇ ਮਨ ਵਿੱਚ ਭੁਲੇਖਾ ਹੈ, ਕਿਤੇ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਰਿਆਸਤਾਂ ਨੂੰ ਨਾ ਖੋਹ ਲੈਣ, ਸਾਡਾ ਰਾਜ ਭਾਗ ਨਾ ਖੋਹ ਲੈਣ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਹਜ਼ੂਰ ਦੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਤੇਗ ਬਹਾਦਰ ਜੀ ਨੇ ਜਿਸ ਤਿਲਕ ਤੇ ਜੰਝੂ ਦੀ ਖਾਤਰ ਦਿੱਲੀ ਸ਼ਹਾਦਤ ਦਿੱਤੀ, ਉਸੇ ਤਿਲਕ ਤੇ ਜੰਝੂ ਨੂੰ ਪਾਉਣ ਵਾਲੇ ਪਹਾੜੀ ਰਾਜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਰੋਧ ਕਰਦੇ ਹੈ। ਕਈ ਜੰਗਾਂ ਆਨੰਦਪੁਰ ਹੋਈਆਂ, ਕਈ ਪਹਾੜੀਆਂ ਦੇ ਨਾਲ ਹੋਈਆਂ, ਕਈ ਔਰੰਗਜ਼ੇਬ ਦੇ ਭੇਜੇ ਹੋਏ ਮੁਗਲ ਜਰਨੈਲਾਂ ਦੇ ਨਾਲ ਹੋਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਐਸਾ ਤੇਜ ਪ੍ਰਤਾਪ ਇੱਥੇ ਸੈਦ ਖਾਂ ਵਰਗੇ ਜਰਨੈਲ, ਸੈਦ ਬੇਗ ਵਰਗੇ ਜਰਨੈਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸ਼ਰਧਾਲੂ ਬਣੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਫੜਨ ਵਾਸਤੇ ਜਿੱਥੇ 22 ਧਾਰ ਦੇ ਪਹਾੜੀ ਰਾਜੇ ਪੱਬਾਂ ਭਾਰ ਸਨ, ਉੱਥੇ ਔਰੰਗਜ਼ੇਬ ਖੁਦ ਆਪ ਚਾਹੁੰਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫੜ ਕੇ ਮੇਰੇ ਹਵਾਲੇ ਕੀਤਾ ਜਾਏ, ਕਿਉਂਕਿ ਉਹਦੇ ਕੋਲੇ ਖਬਰਾਂ ਪੁੱਜ ਚੁੱਕੀਆਂ ਸਨ। ਗੁਰੂ ਗੋਬਿੰਦ ਸਿੰਘ ਫੌਜਾਂ ਰੱਖਦੇ ਹੈ, ਇੱਥੇ ਸ਼ਸਤਰ ਵਿਦਿਆ ਦੇ ਅਭਿਆਸ ਹੁੰਦੇ ਹੈ, ਇੱਥੇ ਜੰਗੀ ਸਾਜੋ ਸਮਾਨ ਇਕੱਤਰ ਹੁੰਦਾ ਹੈ, ਘੋੜੇ ਰੱਖਦੇ ਨੇ, ਕਵਾਇਦ ਹੁੰਦੀ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਦਬਾਉਣ ਵਾਸਤੇ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਹੈ। ਐ ਔਰੰਗਜ਼ੇਬ ਬਾਦਸ਼ਾਹ, ਅਸੀਂ ਜਿੰਨੇ ਵੀ ਰਾਜੇ ਹਾਂ, ਅਸੀਂ ਤਾਂ ਸਾਰੇ ਤੇਰੀ ਅਧੀਨਗੀ ਮੰਨਦੇ ਹਾਂ, ਪਰ ਇੱਥੇ ਆਨੰਦਪੁਰ ਗੁਰੂ ਗੋਬਿੰਦ ਸਿੰਘ, ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਦੇ ਵਿੱਚ ਕਤਲ ਕੀਤਾ ਹੈ, ਉਹ ਬਾਗੀ ਹੋ ਕੇ ਬੈਠੇ ਹੈ। ਤੇ ਉਹ ਦਿਨ ਦੂਰ ਨਹੀਂ ਔਰੰਗਜ਼ੇਬ, ਜਦ ਗੁਰੂ ਗੋਬਿੰਦ ਸਿੰਘ ਰਿਆਸਤਾਂ ਤਾਂ ਕੀ ਤੇਰੇ ਦਿੱਲੀ ਦੇ ਰਾਜ ਭਾਗ ਤੱਕ ਪਹੁੰਚ ਜਾਏਗਾ। ਔਰੰਗਜ਼ੇਬ ਨੇ ਸੁਣਿਆ, ਸੁਣ ਕੇ ਇੱਕ ਚਿੱਠੀ ਲਿਖੀ ਹੈ। ਉਹਨੇ ਇਹ ਚਿੱਠੀ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਭੇਜੀ, ਲਾਹੌਰ ਦੇ ਸੂਬੇਦਾਰ ਜ਼ਬਰਦਸਤ ਖਾਨ ਨੂੰ ਭੇਜੀ। ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਾਂ ਜਿਉਂਦੇ ਫੜ ਕੇ ਗ੍ਰਿਫਤਾਰ ਕਰਕੇ ਮੇਰੇ ਕੋਲ ਪੇਸ਼ ਕੀਤਾ ਜਾਏ, ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਸਿਰ ਵੱਢ ਕੇ ਮੇਰੇ ਕੋਲ ਲਿਆਂਦਾ ਜਾਏ। ਸੂਬਾ ਸਰਹੰਦ ਤੇ ਵਜ਼ੀਰ ਖਾਂ, ਸੂਬਾ ਸਰਹੰਦ ਵਜ਼ੀਰ ਖਾਂ, ਲਾਹੌਰ ਦਾ ਸੂਬਾ ਜ਼ਬਰਦਸਤ ਖਾਂ, ਇਹ ਫੌਜਾਂ ਲੈ ਕਰਕੇ ਆਏ ਹੈ। ਨਾਲ ਇਹਨਾਂ ਦੇ 22 ਧਾਰ ਦੇ ਪਹਾੜੀ ਰਾਜੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਸਿੰਘ ਸੂਰਮੇ ਆਨੰਦਗੜ੍ਹ ਕਿਲੇ ਵਿੱਚ ਅੰਦਰ ਨੇ ਆਨੰਦਪੁਰ। ਸਤਿਗੁਰੂ ਪਾਤਸ਼ਾਹ ਜੀ ਤੇ ਖਾਲਸਾ ਉੱਚੇ ਅਸਥਾਨ ਤੇ ਹੈ। ਜਦੋਂ ਮਹਾਰਾਜ ਤੀਰਾਂ ਦੀ ਗੋਲੀਆਂ ਦੀ ਬਰਸਾਤ ਕਰਦੇ ਹੈ, ਦੁਸ਼ਮਣ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਬਹੁਤੀਆਂ ਜਾਨਾਂ ਦੁਸ਼ਮਣ ਦੀਆਂ ਜਾਂਦੀਆਂ ਹਨ, ਕਿਉਂਕਿ ਉਹ ਨੀਵੇਂ ਥਾਂ ਤੇ ਹਨ। ਤੇ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਇੱਥੇ ਕਿਲੇ ਬਣਾਏ ਨੇ ਸੁਰੱਖਿਆ ਵਾਸਤੇ, ਵੀ ਦੁਸ਼ਮਣ ਕਿਸੇ ਵੀ ਹਾਲ ਵਿੱਚ ਇੱਥੇ ਤੱਕ ਪਹੁੰਚ ਨਾ ਸਕੇ। ਕਈ ਮਹੀਨੇ ਘੇਰਾ, ਪਹਿਲਾਂ ਵੀ 2-2 ਮਹੀਨੇ ਘੇਰਾ ਪੈਂਦਾ ਰਿਹਾ, ਪਰ ਕਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਿੰਘਾਂ ਨੇ ਦੁਸ਼ਮਣ ਨੂੰ ਨੇੜੇ ਨਹੀਂ ਲੱਗਣ ਦਿੱਤਾ। ਜੰਗ ਹੋਈ, ਦੁਸ਼ਮਣ ਦਾ ਬਹੁਤਾ ਨੁਕਸਾਨ ਹੁੰਦਾ ਹੈ। ਅਖੀਰ ਮੁਗਲ ਜਰਨੈਲਾਂ ਨੇ, ਪਹਾੜੀ ਰਾਜਿਆਂ ਨੇ ਇਹ ਸੋਚਿਆ ਕਿ ਜੇ ਆਪਾਂ ਅੱਗੇ ਵੱਧ ਕੇ ਲੜਦੇ ਹਾਂ ਤਾਂ ਆਪਣੀ ਫੌਜ ਦਾ ਹੋਰ ਵੀ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ। ਸਾਰੀ ਫੌਜ ਮੁਰਗਵਾ ਕੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਫੜਿਆ ਨਹੀਂ ਜਾ ਸਕਦਾ। ਇਸ ਲਈ ਘੇਰਾ ਪਾ ਕਰਕੇ ਬੈਠ ਜਾਓ।
ਰਸਤ ਪਾਣੀ ਸਾਰਾ ਕੁਝ ਬੰਦ ਕਰ ਦਿਓ, ਅਨੰਦਪੁਰ ਦੇ ਰਾਹ ਬੰਦ ਕਰ ਦਿਓ। ਜਦ ਅੰਦਰ ਖਾਣ ਪੀਣ ਨੂੰ ਰਾਸ਼ਨ ਮੁੱਕ ਜਾਏਗਾ, ਗੁਰੂ ਗੋਬਿੰਦ ਸਿੰਘ ਔਰ ਇਹਨਾਂ ਦੇ ਜਿਹੜੇ ਸਿੰਘ ਨੇ ਉਹ ਆਪ ਹੀ ਸਾਨੂੰ ਸਾਡੇ ਹਵਾਲੇ ਆਪਣੇ ਆਪ ਨੂੰ ਕਰ ਦੇਣਗੇ। ਮਈ ਸੰਨ 1704 ਨੂੰ ਖਾਲਸਾ ਜੀ ਅਨੰਦਪੁਰ ਨੂੰ ਤਕੜਾ ਘੇਰਾ ਪਾਇਆ ਹੈ। ਘੇਰਾ ਪਾ ਕਰਕੇ ਤੀਰਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੀ ਜਿੱਥੋਂ ਮਾਰ ਨਾ ਹੋਵੇ, ਦੂਰ ਦੁਸ਼ਮਣ ਬੈਠ ਗਿਆ ਚਾਰੇ ਪਾਸੇ ਅਨੰਦਪੁਰ ਨੂੰ ਘੇਰਾ ਕੱਤ ਕੇ। ਸਿੰਘ ਸੂਰਮੇ ਵੀਰ ਬਹਾਦਰ ਕਲਗੀਧਰ ਮਹਾਰਾਜ ਜੀ ਦੇ ਹੁਕਮ ਦੇ ਵਿੱਚ ਬਾਣੀ ਪੜ੍ਹਦੇ ਹੋਏ, ਸਿਮਰਨ ਕਰਦੇ ਹੋਏ, ਸ਼ਸਤਰ ਵਿਦਿਆ ਦੇ ਅਭਿਆਸ ਕਰਦੇ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ। ਜਦ ਘੇਰਾ ਪਿਆ, ਹੌਲੀ ਹੌਲੀ ਰਾਸ਼ਨ ਮੁੱਕਣ ਲੱਗਾ ਹੈ। ਜਿੱਥੇ 2-2 ਪ੍ਰਸ਼ਾਦਾ ਛਕਦੇ ਸੀ, ਉੱਥੇ 1-1 ਪ੍ਰਸ਼ਾਦਾ ਕਰ ਦਿੱਤਾ ਗਿਆ। ਅਖੀਰ ਰਾਸ਼ਨ ਮੁੱਕ ਗਿਆ। ਹੁਣ ਸਿੰਘ ਸੂਰਮੇ 1-1 ਮੁੱਠ ਛੋਲੇ ਖਾ ਕਰਕੇ ਹੀ ਗੁਜ਼ਾਰਾ ਕਰਦੇ ਹੈ। ਜਿੱਥੇ ਅੰਦਰ ਅਨੰਦਪੁਰ ਕਿਲੇ ਦੇ ਵਿੱਚ ਅੰਦਰ ਸਿੰਘ ਸੂਰਮੇ ਤੰਗ ਸੀ, ਉੱਥੇ ਦੁਸ਼ਮਣ ਉਹਨਾਂ ਦੇ ਨਾਲੋਂ ਵੀ ਜ਼ਿਆਦਾ ਤੰਗ ਸੀ। ਕਿਉਂਕਿ ਗਰਮੀਆਂ, ਫਿਰ ਬਰਸਾਤਾਂ ਤੇ ਫਿਰ ਆ ਸਰਦੀ ਅੱਗੇ ਆਉਂਦੀ ਪਈ ਹੈ। ਬਰਸਾਤਾਂ ਦੇ ਨਾਲ ਕਈ ਬਿਮਾਰੀ ਲੱਗ ਜਾਂਦੀ ਹੈ, ਕਈ ਸਿਪਾਹੀ ਸੂਰਮੇ ਮਰ ਜਾਂਦੇ ਹੈ। ਤਾਂ ਦੁਸ਼ਮਣ ਵੀ ਬਾਹਰ ਬੈਠਾ ਹੋਇਆ ਤੰਗ ਸੀ। ਅਨੰਦਪੁਰ ਸਾਹਿਬ ਨੂੰ ਜਿਸ ਝਰਨੇ ਰਾਹੀਂ ਪਾਣੀ ਜਾਂਦਾ ਸੀ, ਇੱਕ ਕੱਸੀ ਸੂਏ ਰਾਹੀਂ ਪਾਣੀ ਜਾਂਦਾ ਸੀ, ਉਹ ਵੀ ਦੁਸ਼ਮਣ ਨੇ ਬੰਦ ਕਰ ਦਿੱਤੀ ਹੈ। ਸਾਡੀ ਤਵਾਰੀਖ ਕਹਿੰਦੀ ਹੈ ਅੰਨ ਦੀ ਇੰਨੀ ਜ਼ਿਆਦਾ ਤੋਟ ਆ ਗਈ, ਪਾਣੀ ਦੀ ਤੋਟ ਆ ਗਈ। 4 ਸਿੰਘ ਜਾਂਦੇ ਹੈ, 2 ਸ਼ਹੀਦ ਹੋ ਜਾਂਦੇ ਹੈ ਤੇ 2 ਦੁਸ਼ਮਣ ਦੇ ਕੈਂਪ ਦੇ ਵਿੱਚੋਂ ਜੋ ਅੰਨ ਇਤਿਆਦਿਕ ਮਿਲਦਾ ਹੈ ਉਸ ਨੂੰ ਲੈ ਕਰਕੇ ਵਾਪਸ ਆ ਜਾਂਦੇ ਹੈ। ਕੁਝ ਦਿਨ, ਕੁਝ ਸਮਾਂ ਲੰਘਦਾ ਹੈ, ਫਿਰ ਜਾਂਦੇ ਹੈ 4 ਸਿੰਘ, 2 ਸ਼ਹੀਦ ਹੋ ਜਾਂਦੇ ਹੈ, 2 ਕੁਝ ਖਾਣ ਵਾਸਤੇ ਲੈ ਕੇ ਅਨੰਦਪੁਰ ਵਾਪਸ ਆ ਜਾਂਦੇ ਹੈ। ਇਹ ਘੇਰਾ ਦੁਸ਼ਮਣ ਨੇ ਹੋਰ ਵੀ ਜ਼ਿਆਦਾ ਸਖਤ ਕਰ ਦਿੱਤਾ। ਆਉਣਾ ਜਾਣਾ ਸਾਰਿਆਂ ਦਾ ਅਨੰਦਪੁਰ ਬੰਦ ਕਰ ਦਿੱਤਾ ਹੈ। ਸਿੰਘਾਂ ਨੇ ਇਸ ਵਿਪਤਾ ਦੇ ਸਮੇਂ ਰੁੱਖਾਂ ਦੇ ਪੱਤੇ ਖਾ ਕੇ ਵੀ ਗੁਜ਼ਾਰਾ ਕੀਤਾ ਹੈ। ਜੜ੍ਹਾਂ, ਰੁੱਖਾਂ ਦੀ ਜਿਹੜੀ ਛੱਲ ਹੁੰਦੀ ਹੈ ਉਹ ਵੀ ਖਾ ਖਾ ਕੇ ਸਮਾਂ ਬਤੀਤ ਕੀਤਾ ਹੈ। ਇੰਨਾ ਜ਼ਿਆਦਾ ਘੇਰਾ ਦੁਸ਼ਮਣ ਨੇ ਤੰਗ ਕਰ ਦਿੱਤਾ। ਇਸ ਘੇਰੇ ਦੇ ਵਿੱਚ ਕਲਗੀਧਰ ਮਹਾਰਾਜ ਜੀ ਦਾ ਪ੍ਰਸਾਦੀ ਹਾਥੀ ਭੁੱਖ ਦੇ ਦੁੱਖ ਕਰਕੇ ਮਹਾਰਾਜ ਜੀ ਦੇ ਸਾਹਮਣੇ ਤੜਫ ਤੜਫ ਕੇ ਮਰ ਗਿਆ। ਪਾਤਸ਼ਾਹ ਦੇ ਘੋੜੇ, ਮਹਾਰਾਜ ਦਾ ਇੱਕ ਬੜਾ ਪਿਆਰਾ ਘੋੜਾ ਸੀ ਜਿਹਦਾ ਨਾਂ ਸੀ ਦਲ ਬਿਡਾਰ। ਉਹ ਘੋੜਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਅੱਖਾਂ ਦੇ ਸਾਹਮਣੇ ਭੁੱਖ ਦੇ ਦੁੱਖੋਂ ਤੜਫ ਤੜਫ ਕੇ ਮਰ ਗਿਆ। ਕਈ ਘੋੜੇ, ਉਹਨਾਂ ਦੀਆਂ ਜਾਨਾਂ ਚਲੀਆਂ ਗਈਆਂ, ਸਿੰਘਾਂ ਦੇ ਸਰੀਰ ਪਿੰਜਰ ਬਣ ਗਏ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਦੇ ਭਾਣੇ ਵਿੱਚ ਦ੍ਰਿੜਤਾ ਦੇ ਸਹਿਤ ਆਨੰਦਗੜ੍ਹ ਕਿਲੇ ਦੇ ਵਿੱਚ ਟਿਕੇ ਹੋਏ ਨੇ। ਅਖੀਰ ਜਦੋਂ ਲੰਮਾ ਸਮਾਂ ਲੰਘ ਗਿਆ ਤਾਂ ਦੁਸ਼ਮਣ ਨੇ ਸੋਚਿਆ ਵੀ ਇਹ ਤਾਂ ਆਨੰਦਪੁਰ ਨੂੰ ਛੱਡਦੇ ਨਹੀਂ, ਆਪਣਾ ਆਪ ਸਾਡੇ ਹਵਾਲੇ ਨਹੀਂ ਕਰਦੇ। ਤਾਂ ਦੁਸ਼ਮਣ ਨੇ ਇੱਕ ਵਿਉਂਤ ਸੋਚੀ ਹੈ। ਕਹਿੰਦੇ ਕਸਮਾਂ ਖਾਓ ਤੇ ਗੁਰੂ ਗੋਬਿੰਦ ਸਿੰਘ ਨੂੰ ਕਹੋ ਤੁਸੀਂ ਆਨੰਦਪੁਰ ਛੱਡ ਦਿਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਨਾਉਣ ਵਾਸਤੇ ਪਹਾੜੀ ਰਾਜਿਆਂ ਨੇ ਗਊ ਦੀਆਂ, ਗੀਤਾ ਦੀਆਂ ਕਸਮਾਂ ਖਾਧੀਆਂ ਨੇ। ਇੱਕ ਦੂਤ ਆਪਣੇ ਵੱਲੋਂ ਭੇਜਿਆ ਹੈ, ਮੁਗਲ ਜਰਨੈਲਾਂ ਨਵਾਬਾਂ ਦੇ ਵੱਲੋਂ ਇੱਕ ਕਾਜ਼ੀ ਭੇਜਿਆ ਗਿਆ। ਇਹ ਦੂਤ, ਇਹ ਸੈਯਦ ਸਤਿਗੁਰੂ ਕਲਗੀਧਰ ਮਹਾਰਾਜ ਦੇ ਕੋਲ ਅੰਦਰ ਆਨੰਦਪੁਰ ਪਹੁੰਚੇ ਹੈ ਤੇ ਸੱਚੇ ਪਾਤਸ਼ਾਹ ਜੀ ਨੂੰ ਜਾ ਕਰਕੇ ਪਹਾੜੀ ਰਾਜਿਆਂ ਵੱਲੋਂ ਤੇ ਮੁਗਲ ਜਰਨੈਲਾਂ ਵੱਲੋਂ ਖਾਧੀਆਂ ਹੋਈਆਂ ਕਸਮਾਂ ਸੱਚੇ ਪਾਤਸ਼ਾਹ ਨੂੰ ਦਿਖਾਈਆਂ। ਮਹਾਰਾਜ ਉਹਨਾਂ ਥਾਲੀ ਦੇ ਵਿੱਚ ਆਟੇ ਦੀ ਗਊ ਬਣਾ ਕੇ ਰੱਖੀ ਸੀ।
ਗੀਤਾ ਰੱਖੀ ਸੀ। ਸੱਚੇ ਪਾਤਸ਼ਾਹ ਪਹਾੜੀ ਰਾਜੇ ਕਸਮਾਂ ਖਾਂਦੇ ਪਏ ਐ, ਤੁਸੀਂ ਆਨੰਦਪੁਰ ਛੱਡ ਦਵੋ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਆ ਵੇਖੋ, ਸੂਬਾ ਸਰਹੰਦ, ਸੂਬਾ ਲਾਹੌਰ, ਮੁਗਲ ਜਰਨੈਲ ਕੁਰਾਨ ਦੀਆਂ ਕਸਮਾਂ ਖਾਂਦੇ ਪਏ ਹਨ। ਭਰੋਸਾ ਦਿਵਾਇਆ ਹੈ ਉਹਨਾਂ ਨੇ, ਮਹਾਰਾਜ ਤੁਸੀਂ ਆਨੰਦਪੁਰ ਨੂੰ ਛੱਡ ਦਵੋ, ਤੁਹਾਨੂੰ ਕੁਛ ਨਹੀਂ ਕਿਹਾ ਜਾਏਗਾ। ਸੱਚੇ ਪਾਤਸ਼ਾਹ ਦੇ ਸਾਹਮਣੇ ਜਦ ਇਹ ਸਹੁੰਆਂ ਖਾਧੀਆਂ, ਮਹਾਰਾਜ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੁਸ਼ਮਣ ਕਸਮਾਂ ਖਾਂਦੇ ਪਏ ਹਨ, ਆਪਾਂ ਨੂੰ ਆਨੰਦਪੁਰ ਛੱਡ ਦੇਣਾ ਚਾਹੀਦਾ ਹੈ। ਕਲਗੀਧਰ ਮਹਾਰਾਜ ਜੀ ਕਹਿੰਦੇ, ਖਾਲਸਾ ਜੀ ਇਹ ਤੁਹਾਡੇ ਨਾਲ ਧੋਖਾ ਕਰਦੇ ਨੇ, ਛਲ ਫਰੇਬ ਕਰਦੇ ਨੇ, ਤੁਸੀਂ ਇਹਨਾਂ ਦੇ ਅੰਦਰ ਨੂੰ ਨਹੀਂ ਜਾਣਦੇ। ਇਹ ਪਹਾੜੀਏ ਕਿੰਨੇ ਧੋਖੇਬਾਜ਼ ਨੇ, ਇਹ ਮੁਗਲ ਜਰਨੈਲ ਕਿੰਨੇ ਧੋਖੇਬਾਜ਼ ਨੇ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਸਿੰਘਾਂ ਨੂੰ ਦਿਖਾਉਣ ਵਾਸਤੇ, ਮਹਾਰਾਜ ਕਹਿੰਦੇ ਤੁਹਾਨੂੰ ਇੱਕ ਕੌਤਕ ਦਿਖਾਉਂਦੇ ਹਾਂ। ਪਾਤਸ਼ਾਹ ਨੇ ਸੁਨੇਹਾ ਭੇਜਿਆ ਪਹਾੜੀ ਰਾਜਿਆਂ ਤੇ ਮੁਗਲਾਂ ਨੂੰ, ਠੀਕ ਹੈ ਅਸੀਂ ਆਨੰਦਪੁਰ ਛੱਡ ਦਿੰਦੇ ਹਾਂ, ਪਰ ਪਹਿਲਾਂ ਸਾਡਾ ਕੋਈ ਕੀਮਤੀ ਸਮਾਨ ਜਿਹੜਾ ਹੈ ਉਹ ਆਨੰਦਪੁਰ ਤੋਂ ਬਾਹਰ ਜਾਏਗਾ। ਕੁਝ ਖੱਚਰਾਂ ਭੇਜੋ, ਕੁਝ ਗੱਡੇ ਭੇਜੋ, ਅਸੀਂ ਆਨੰਦਪੁਰ ਨੂੰ ਛੱਡਣ ਤੋਂ ਪਹਿਲਾਂ, ਆਨੰਦਗੜ੍ਹ ਕਿਲੇ ਨੂੰ ਛੱਡਣ ਤੋਂ ਪਹਿਲਾਂ ਆਪਣਾ ਕੀਮਤੀ ਸਾਜੋ ਸਮਾਨ ਬਾਹਰ ਭੇਜਾਂਗੇ। ਦੁਸ਼ਮਣ ਨੇ ਕੁਝ ਖੱਚਰਾਂ, ਕੁਝ ਬੈਲ ਗੱਡੀਆਂ ਭੇਜੀਆਂ ਹਨ। ਕਲਗੀਧਰ ਮਹਾਰਾਜ ਨੇ ਸਿੰਘਾਂ ਨੂੰ ਕਿਹਾ, ਖਾਲਸਾ ਜੀ ਇਹਨਾਂ ਗੱਡਿਆਂ ਤੇ, ਇਹਨਾਂ ਖੱਚਰਾਂ ਤੇ ਟੁੱਟਾ ਹੋਇਆ ਸਾਜੋ ਸਮਾਨ ਲੱਦੋ। ਪਸ਼ੂਆਂ ਦੇ ਹੱਡ, ਪਸ਼ੂਆਂ ਦੇ ਪਿੰਜਰ, ਟੁੱਟਾ ਫੁੱਟਾ ਹੋਇਆ ਸਾਜੋ ਸਮਾਨ, ਟੁੱਟੀਆਂ ਜੁੱਤੀਆਂ, ਹੋਰ ਕੁਝ ਲੱਕੜਾਂ, ਕੂੜਾ ਕਰਕਟ, ਇਹ ਸਾਰਾ ਕੁਝ ਉਹਨਾਂ ਗੱਡਿਆਂ ਤੇ ਖੱਚਰਾਂ ਤੇ ਲੱਦਿਆ ਗਿਆ। ਤੇ ਮਹਾਰਾਜ ਨੇ ਕਿਹਾ ਉੱਤੋਂ ਚੰਗੇ ਰੇਸ਼ਮੀ ਵਸਤਰਾਂ ਦੇ ਨਾਲ ਇਹਨਾਂ ਨੂੰ ਢੱਕ ਦਿਓ। ਇਸੇ ਤਰ੍ਹਾਂ ਸਿੰਘਾਂ ਨੇ ਕੀਤਾ। ਜਦ ਇਹ ਗੱਡੇ ਤੇ ਇਹ ਖੱਚਰਾਂ ਆਨੰਦਗੜ੍ਹ ਦੇ ਕਿਲੇ ਤੋਂ ਬਾਹਰ ਹੇਠਾਂ ਨੂੰ ਭੇਜੀਆਂ ਹਨ, ਕੁਝ ਹੀ ਦੂਰੀ ਤੇ ਅਜੇ ਪਹੁੰਚੇ ਹੈ, ਮਹਾਰਾਜ ਨੇ ਸਿੰਘਾਂ ਨੂੰ ਦੱਸਿਆ ਵੀ ਸੀ ਵੀ ਤੁਸੀਂ ਵੇਖਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦ ਸਿੰਘਾਂ ਨੂੰ ਕਿਹਾ ਵੀ ਤੁਸੀਂ ਹੁਸ਼ਿਆਰ ਰਹੋ, ਸਾਵਧਾਨੀ ਵਰਤਿਓ, ਸਿੰਘ ਨਾਲ ਨਾਲ ਲੁਕਦੇ ਛਿਪਦੇ ਜਾਂਦੇ ਹੈ ਵੀ ਵੇਖਦੇ ਆ ਦੁਸ਼ਮਣ ਕੀ ਕਰਦਾ ਹੈ। ਆਨੰਦਗੜ੍ਹ ਦੇ ਕਿਲੇ ਤੋਂ ਬਾਹਰ ਇਹ ਖੱਚਰਾਂ, ਇਹ ਗੱਡੇ ਗਏ ਹੈ। ਦੁਸ਼ਮਣ ਨੇ ਇਹ ਜਾਣ ਕੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕੀਮਤੀ ਸਾਜੋ ਸਮਾਨ ਜਾ ਰਿਹਾ ਹੈ, ਧਾਵਾ ਬੋਲ ਕੇ ਲੁੱਟ ਲਿਆ ਜਾਏ। ਪਹਾੜੀ ਰਾਜਿਆਂ ਨੇ, ਮੁਗਲ ਜਰਨੈਲਾਂ ਨੇ ਫੌਜਾਂ ਸਮੇਤ ਹੱਲਾ ਬੋਲਿਆ, ਗੱਡੇ ਤੇ ਖੱਚਰਾਂ ਨੂੰ ਆਪਣੇ ਹਵਾਲੇ ਕਰ ਲਿਆ। ਤੇ ਜਦ ਉਹਨਾਂ ਨੇ ਉੱਤੋਂ ਵਸਤਰ ਉਤਾਰੇ, ਹੱਥਾਂ ਵਿੱਚ ਆਏ ਟੁੱਟੇ ਹੋਏ ਛਿੱਤਰ, ਮਰੇ ਹੋਏ ਪਸ਼ੂਆਂ ਦੇ ਪਿੰਜਰ, ਹੱਡ, ਟੁੱਟਾ ਹੋਇਆ ਸਾਜੋ ਸਮਾਨ, ਬੜੀ ਨਮੋਸ਼ੀ ਝੱਲਣੀ ਪਈ ਦੁਸ਼ਮਣ ਨੂੰ, ਪਰ ਉਹਨਾਂ ਦੀ ਚਾਲ ਜਿਹੜੀ ਸੀ ਉਹ ਨੰਗੀ ਹੋ ਗਈ। ਕਲਗੀਧਰ ਮਹਾਰਾਜ ਜੀ ਕਹਿੰਦੇ, ਸਿੰਘੋ ਵੇਖਿਆ ਮੈਂ ਤੁਹਾਨੂੰ ਦੱਸਿਆ ਸੀ ਇਹ ਧੋਖੇਬਾਜ਼ ਨੇ, ਅਜੇ ਤਾਂ ਇਹ ਟੁੱਟਾ ਹੋਇਆ ਸਾਜੋ ਸਮਾਨ ਹੀ ਆਨੰਦਪੁਰ ਤੋਂ ਬਾਹਰ ਗਿਆ ਹੈ, ਤੇ ਕੱਲ ਨੂੰ ਜਦ ਤੁਸੀਂ ਆਨੰਦਗੜ੍ਹ ਦਾ ਕਿਲਾ ਛੱਡ ਕੇ ਜਾਓਗੇ ਇਹ ਜ਼ਰੂਰ ਹੱਲਾ ਕਰਨਗੇ। ਖਾਲਸਾ ਜੀ ਮਹਾਰਾਜ ਨੇ ਇਹਨਾਂ ਦੀ ਚਾਲ ਦੱਸ ਦਿੱਤੀ। ਕੁਝ ਦਿਨ, ਕੁਝ ਸਮਾਂ ਫੇਰ ਲੰਘ ਗਿਆ। ਜਿੱਥੇ ਆਨੰਦਗੜ੍ਹ ਕਿਲੇ ਦੇ ਵਿੱਚ ਅੰਦਰ ਭੁੱਖ ਦੇ ਦੁੱਖ ਕਰਕੇ ਕਈ ਸਿੰਘ ਚੜ੍ਹਾਈ ਕਰ ਰਹੇ ਸਨ, ਉੱਥੇ ਬਾਹਰ ਦੁਸ਼ਮਣ ਜਿਹੜਾ ਘੇਰਾ ਪਾ ਕੇ ਬੈਠਾ ਹੋਇਆ ਉਹ ਹੋਰ ਵੀ ਜ਼ਿਆਦਾ ਤੰਗ ਸੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਫਿਰ ਇਹਨਾਂ ਨੇ ਦੁਬਾਰਾ ਦੂਤ ਤੇ ਕਾਜੀ ਭੇਜਿਆ ਹੈ। ਇਸ ਵਾਰ ਔਰੰਗਜ਼ੇਬ ਦੀ ਚਿੱਠੀ ਤੇ ਇੱਕ ਕੁਰਾਨ ਜਿਹਦੇ ਤੇ ਔਰੰਗਜ਼ੇਬ ਨੇ ਆਪਣੇ ਦਸਤਖਤ ਕੀਤੇ ਹੋਏ ਸਨ, ਉਹ ਥਾਲ ਵਿੱਚ ਰੱਖ ਕੇ ਕਾਜੀ ਗਿਆ ਹੈ। ਪਹਾੜੀਆਂ ਵੱਲੋਂ ਵੀ ਇੱਕ ਪ੍ਰੋਹਤ ਦੂਤ ਬਣ ਕੇ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਤਾਂ ਉਹਨਾਂ ਨੇ ਮੁਆਫੀ ਮੰਗੀ। ਸੱਚੇ ਪਾਤਸ਼ਾਹ ਜੋ ਪਹਿਲਾਂ ਹੋਇਆ
ਅਸੀਂ ਆਪ ਤੋਂ ਮੁਆਫੀ ਚਾਹੁੰਦੇ ਹਾਂ, ਸਾਨੂੰ ਮਾਫ ਕਰ ਦਿਓ। ਮਹਾਰਾਜ, ਅਸੀਂ ਪਹਾੜੀ ਰਾਜਿਆਂ ਨੇ ਕਿਹਾ ਅਸੀਂ ਕੁਰਾਨ ਅਸੀਂ ਗਊ ਦੀਆਂ, ਗੀਤਾ ਦੀਆਂ, ਜੰਝੂ ਦੀਆਂ ਕਸਮਾਂ ਖਾਂਦੇ ਹਾਂ। ਤੁਸੀਂ ਇਸ ਵਾਰ ਆਨੰਦਪੁਰ ਛੱਡ ਦੇਵੋ, ਜਿੱਧਰ ਤੁਹਾਡਾ ਜੀ ਕਰਦਾ ਹੈ ਤੁਸੀਂ ਸੁਰੱਖਿਅਤ ਜਾ ਸਕਦੇ ਹੋ। ਕਾਜ਼ੀ ਨੇ ਵੀ ਔਰੰਗਜ਼ੇਬ ਦੀ ਚਿੱਠੀ ਤੇ ਕੁਰਾਨ ਵਾਸਤਾ ਪਾਇਆ। ਮਹਾਰਾਜ, ਔਰੰਗਜ਼ੇਬ, ਮੁਗਲ ਜਰਨੈਲ, ਨਵਾਬ ਸਾਰੇ ਕਸਮਾਂ ਖਾਂਦੇ ਐ, ਤੁਸੀਂ ਆਨੰਦਪੁਰ ਛੱਡ ਦੇਵੋ, ਜਿੱਥੇ ਤੁਹਾਡਾ ਜੀ ਕਰਦਾ ਤੁਸੀਂ ਜਾਓ, ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ। ਜੇ ਅਸੀਂ ਇਸ ਤਰ੍ਹਾਂ ਘੇਰਾ ਛੱਡ ਕੇ ਜਾਂਦੇ ਹਾਂ, ਅਸੀਂ ਸੰਸਾਰ ਦੇ ਸਾਹਮਣੇ ਕੀ ਮੂੰਹ ਵਿਖਾਵਾਂਗੇ ਵੀ ਇੰਨਾ ਲੰਮਾ ਸਮਾਂ ਘੇਰਾ ਪਾਇਆ ਪਰ ਕੁਛ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਜਿੱਥੇ ਪਹਾੜੀ ਰਾਜਿਆਂ ਤੇ ਮੁਗਲ ਜਰਨੈਲਾਂ, ਔਰੰਗਜ਼ੇਬ ਦੀ ਚਿੱਠੀ, ਕੁਰਾਨ, ਇਹ ਸਭ ਕੁਝ ਰੱਖ ਕੇ ਕਸਮਾਂ ਖਾਧੀਆਂ ਗਈਆਂ, ਉੱਥੇ ਸਤਿਗੁਰੂ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਵੀ ਕਿਹਾ, ਮਹਾਰਾਜ ਹੁਣ ਇੱਥੇ ਟਿਕਿਆ ਨਹੀਂ ਜਾ ਸਕਦਾ। ਭੁੱਖ ਕਰਕੇ ਆਪਣੇ ਕਿੰਨੇ ਸਿੰਘ ਚੜ੍ਹਾਈ ਕਰ ਗਏ ਐ, ਘੋੜਿਆਂ ਦੀਆਂ ਜਾਨਾਂ ਜਾ ਰਹੀਆਂ ਨੇ। ਮਹਾਰਾਜ, ਇਹਨੂੰ ਚੰਗਾ ਹੈ ਬਾਹਰ ਲੜ ਕੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਈਏ। ਤੇ ਜੇ ਸੁਰੱਖਿਅਤ ਕਿਸੇ ਥਾਂ ਤੇ ਚਲੇ ਗਏ, ਫਿਰ ਮਹਾਰਾਜ ਆਪਾਂ ਮਜ਼ਬੂਤ ਹੋ ਕਰਕੇ, ਇਕੱਠੇ ਹੋ ਕਰਕੇ ਦੁਸ਼ਮਣ ਦੇ ਨਾਲ ਜੰਗ ਲੜਾਂਗੇ। ਇਹ ਜੰਗ ਤਾਂ ਅਜੇ ਜਾਰੀ ਹੈ। ਜਿੱਥੇ ਗੁਰੂ ਕੇ ਸਿੰਘ ਸੂਰਮੇ ਆਨੰਦਗੜ੍ਹ ਕਿਲੇ ਦੇ ਵਿੱਚ ਅੱਤ ਦੇ ਦੁੱਖ ਚੱਲ ਰਹੇ ਸਨ, ਉੱਥੇ ਨਾਲ ਆਨੰਦਪੁਰ ਵਾਸੀ ਵੀ ਦੁਖੀ ਸਨ, ਕਿਉਂਕਿ ਘੇਰਾ ਤਾਂ ਆਨੰਦਪੁਰ ਨੂੰ ਪਿਆ ਹੋਇਆ ਸੀ। ਆਨੰਦਪੁਰ ਵਾਸੀਆਂ ਦਾ ਵੀ ਭੋਗ ਕਰਕੇ ਬੁਰਾ ਹਾਲ ਸੀ, ਦੁਖੀ ਸਨ। ਸਾਰੇ ਸਿੰਘਾਂ ਨੇ ਤੇ ਆਨੰਦਪੁਰ ਵਾਸੀਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਦੁਸ਼ਮਣ ਭਰੋਸਾ ਦਿਵਾਉਂਦਾ ਹੈ, ਆਪਾਂ ਨੂੰ ਆਨੰਦਪੁਰ ਛੱਡ ਦੇਣਾ ਚਾਹੀਦਾ ਹੈ। ਕਲਗੀਧਰ ਮਹਾਰਾਜ ਜੀ ਸਿੰਘਾਂ ਨੂੰ ਕਹਿੰਦੇ, ਸਿੰਘੋ ਆਨੰਦਪੁਰ ਛੱਡ ਦੇਵੋਗੇ, ਬਹੁਤ ਸ਼ਹੀਦੀਆਂ ਹੋਣਗੀਆਂ, ਉਹ ਨੁਕਸਾਨ ਹੋਵੇਗਾ ਜਿਹੜਾ ਕਦੇ ਵੀ ਭਰਿਆ ਨਹੀਂ ਜਾ ਸਕਦਾ। ਪਰ ਲੋਕ ਰਾਏ ਸੀ, ਆਨੰਦਪੁਰ ਵਾਸੀ ਵੀ ਸਤਿਗੁਰੂ ਪਾਤਸ਼ਾਹ ਨੂੰ ਮਜਬੂਰ ਕਰ ਰਹੇ ਸਨ, ਮਹਾਰਾਜ ਅਸੀਂ ਬੜੇ ਦੁਖੀ ਹਾਂ, ਕਿਰਪਾ ਕਰੋ ਆਨੰਦਪੁਰ ਛੱਡ ਦੇਵੋ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵਾਰ-ਵਾਰ ਸਿੰਘਾਂ ਦੇ ਕਹਿਣ ਤੇ, ਆਨੰਦਪੁਰ ਵਾਸੀਆਂ ਦੇ ਕਹਿਣ ਤੇ, ਹਜੂਰ ਨੇ ਆਨੰਦਗੜ੍ਹ ਦਾ ਕਿਲਾ ਛੱਡਣ ਦਾ ਫੈਸਲਾ ਕਰ ਲਿਆ। ਮਹਾਰਾਜ ਕਹਿੰਦੇ, ਠੀਕ ਹੈ, ਸਾਰੇ ਜਣੇ ਤਿਆਰੀਆਂ ਕਰੋ। ਜੋ ਜੋ ਕੀਮਤੀ ਸਾਜੋ ਸਮਾਨ ਸੀ, ਕੀਮਤੀ ਵਸਤਰ ਸਨ, ਉਹ ਅਗਨ ਭੇਟ ਕਰ ਦਿੱਤੇ ਗਏ। ਆਨੰਦਪੁਰ ਨੂੰ ਛੱਡਣ ਤੋਂ ਬਾਅਦ ਕੱਲ ਨੂੰ ਜਦ ਦੁਸ਼ਮਣ ਇੱਥੇ ਆਵੇ, ਇਹ ਕੀਮਤੀ ਸਾਜੋ ਸਮਾਨ ਦੁਸ਼ਮਣ ਦੇ ਹੱਥ ਵਿੱਚ ਨਾ ਆ ਜਾਏ। ਬਹੁਤ ਸਾਰਾ ਕੀਮਤੀ ਸਾਜੋ ਸਮਾਨ ਅਗਨ ਭੇਟ ਕਰ ਦਿੱਤਾ ਗਿਆ। ਕੁਝ ਸਤਲੁਜ ਦੇ ਵਿੱਚ ਪਾ ਦਿੱਤਾ ਗਿਆ। 4 ਵੱਡੀਆਂ ਤੋਪਾਂ ਸਨ, ਵੈਸੇ ਤਾਂ ਹੋਰ ਵੀ ਸਨ, ਪਰ ਇਹ ਖਾਸ ਮਹਾਰਾਜ ਨੇ ਬਣਵਾਈਆਂ ਸਨ। ਇਹਨਾਂ ਤੋਪਾਂ ਦੇ ਨਾਂ ਇਤਿਹਾਸਕਾਰਾਂ ਨੇ ਲਿਖੇ ਨੇ, ਬਿਜ ਘੋਰ, ਬਾਗਨ, ਨਿਹੰਗਨ, ਸ਼ਤਰੂਜੀਤ। ਇਹ 4 ਵੱਡੀਆਂ ਤੋਪਾਂ ਵੀ ਪਾਣੀ ਦੇ ਵਿੱਚ ਡੁਬੋ ਦਿੱਤੀਆਂ ਗਈਆਂ ਕਿ ਦੁਸ਼ਮਣ ਦੇ ਹੱਥ ਨਾ ਲੱਗ ਜਾਣ। ਸਾਰੀ ਤਿਆਰੀ ਕਰਵਾਈ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ। ਅੱਤ ਦੀ ਠੰਡ ਪੈਂਦੀ ਹੈ, ਇਹ ਪੋਹ ਦਾ ਮਹੀਨਾ ਚੱਲਦਾ ਪਿਆ ਹੈ, ਤੇ ਆਨੰਦਪੁਰ ਨੂੰ ਛੱਡਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ 1 ਦਿਨ ਪਹਿਲਾਂ ਪਾਤਸ਼ਾਹ ਨੇ ਕੁਝ ਸਿੰਘਾਂ ਨੂੰ ਨਾਲ ਲਿਆ, ਤੇ ਨਾਲ ਲੈ ਕਰਕੇ ਮਹਾਰਾਜ ਜੀ ਨੇ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਆਪਣੇ ਮੁਬਾਰਕ ਚਰਨ ਪਾਏ। ਪਾਤਸ਼ਾਹ ਜੀ ਰਹਿਮਤ ਭਰੀਆਂ ਨਜ਼ਰਾਂ ਦੇ ਨਾਲ ਆਨੰਦਪੁਰੀ ਨੂੰ ਤੱਕਦੇ ਨੇ। ਗਲੀਆਂ ਦੇ ਵਿੱਚ ਮਹਾਰਾਜ ਤੁਰੇ ਜਾਂਦੇ ਨੇ। ਆਨੰਦਪੁਰ ਵਾਸੀ ਹੱਥ ਜੋੜ ਕੇ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਆਨੰਦਪੁਰ ਦੀਆਂ ਗਲੀਆਂ ਦੇ ਵਿੱਚ ਇਹ ਆਖਰੀ ਫੇਰਾ ਸੀ। ਇਸ ਤੋਂ ਬਾਅਦ ਸਰੀਰਕ ਰੂਪ ਦੇ ਵਿੱਚ ਕਲਗੀਧਰ ਮਹਾਰਾਜ ਜੀ ਦਾ ਆਨੰਦਪੁਰ ਦੇ ਵਿੱਚ ਫੇਰਾ ਨਹੀਂ ਪੈਣਾ। ਸਤਿਗੁਰੂ ਵੀ ਜਾਣਦੇ ਨੇ। ਆਨੰਦਪੁਰ ਦੀਆਂ ਗਲੀਆਂ ਸੁੰਨੀਆਂ ਹੋ ਰਹੀਆਂ ਸਨ।
ਕਲਗੀਧਰ ਮਹਾਰਾਜ ਜੀ ਨੂੰ ਕਹਿ ਰਹੀਆਂ ਸੀ, ਸਤਿਗੁਰੂ ਤੁਹਾਡੇ ਮੁਬਾਰਕ ਚਰਨਾਂ ਦੇ ਨਾਲ ਹੀ ਅਸੀਂ ਸੋਹਣੀਆਂ ਲੱਗਦੀਆਂ ਹਾਂ, ਮਹਾਰਾਜ ਤੁਸੀਂ ਛੱਡ ਕਰਕੇ ਨਾ ਜਾਓ। ਪਰ ਕਲਗੀਧਰ ਮਹਾਰਾਜ ਜੀ ਸਿੰਘਾਂ ਦੇ, ਆਨੰਦਪੁਰ ਵਾਸੀਆਂ ਦੇ ਕਹਿਣ ਤੇ ਮਹਾਰਾਜ ਨੇ ਇਹ ਫੈਸਲਾ ਲਿਆ। ਚੱਲਦੇ ਚੱਲਦੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਸਤਿਗੁਰੂ ਦੇ ਸੀਸ ਦਾ ਸੰਸਕਾਰ ਕੀਤਾ ਸੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਹੈ, ਮਹਾਰਾਜ ਜੀ ਇਸ ਅਸਥਾਨ ਤੇ ਆਏ, ਪਰਿਕਰਮਾ ਕੀਤੀਆਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੱਥਾ ਟੇਕਿਆ। ਸਤਿਗੁਰੂ ਨੇ ਆਪ ਆਨੰਦਪੁਰ ਨੂੰ ਛੱਡਣ ਦੀ ਅਰਦਾਸ ਕੀਤੀ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਆਪ ਨੇ ਇਹ ਨਗਰੀ ਵਸਾਈ ਹੈ। ਸੱਚੇ ਪਾਤਸ਼ਾਹ ਇਸ ਨਗਰੀ ਨੂੰ ਮੈਂ ਛੱਡ ਕੇ ਚੱਲਿਆ ਹਾਂ, ਆਪ ਨੇ ਰਹਿਮਤ ਕਰਨੀ। ਮਨ ਵਿੱਚ ਕਦੇ ਸੋਚ ਕੇ ਵੇਖੋ ਵੀ ਆਪ ਜਿਹੜਾ ਘਰ ਬਣਾਇਆ ਹੋਵੇ, ਜਿਨ੍ਹਾਂ ਘਰਾਂ ਦੀਆਂ ਆਪ ਉਸਾਰੀਆਂ ਕੀਤੀਆਂ ਹੋਣ, ਉਹਨਾਂ ਨੂੰ ਛੱਡ ਕੇ ਜਾਣਾ ਕਿੰਨਾ ਔਖਾ ਹੁੰਦਾ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਹ ਥਾਂ ਆਨੰਦਪੁਰ ਵਸਾਉਣ ਵਾਸਤੇ ਮਾਖੋਵਾਲ ਦੀ ਮੁੱਲ ਲਈ ਸੀ। ਸਤਿਗੁਰੂ ਨੇ ਮੁੱਲ ਤਾਰਿਆ ਸੀ ਇਸ ਥਾਂ ਦਾ। ਗੁਰੂ ਤੇਗ ਬਹਾਦਰ ਜੀ ਨੇ ਇਹ ਨਗਰ ਵਸਾਇਆ, ਇਹਦਾ ਨਾਂ ਰੱਖਿਆ ਸੀ ਚੱਕ ਨਾਨਕੀ। ਆਪਣੇ ਸਤਿਕਾਰਯੋਗ ਮਾਤਾ ਜੀ ਦੇ ਨਾਂ ਤੇ ਚੱਕ ਨਾਨਕੀ ਨਾਂ ਰੱਖਿਆ। ਬਾਅਦ ਵਿੱਚ ਆਨੰਦਪੁਰ ਇਸ ਦਾ ਨਾਂ ਪਿਆ। ਪਰ ਅੱਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਆਨੰਦਪੁਰ ਛੱਡ ਕੇ ਜਾਣਾ ਪੈ ਰਿਹਾ ਹੈ। ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਨਮਸਕਾਰ ਕਰਕੇ ਮਹਾਰਾਜ ਤੁਰਨ ਲੱਗੇ ਤੇ ਤੁਰਨ ਵੇਲੇ ਸਤਿਗੁਰੂ ਨੇ ਆਵਾਜ਼ ਦੇ ਕੇ ਕਿਹਾ, ਕੋਈ ਐਸਾ ਗੁਰੂ ਕਾ ਪਿਆਰਾ ਸਿੱਖ ਹੈ ਜਿਹੜਾ ਇਸ ਥਾਂ ਤੇ ਗੁਰੂ ਤੇਗ ਬਹਾਦਰ ਜੀ ਦੇ ਇਸ ਅਸਥਾਨ ਦੀ ਸਾਂਭ ਸੰਭਾਲ ਕਰੇ, ਇੱਥੇ ਝਾੜੂ ਦੇਵੇ, ਇੱਥੇ ਜੋਤ ਜਗਾਵੇ, ਇੱਥੇ ਦੀਵਾ ਬੱਤੀ ਕਾਇਮ ਰਹੇ। ਸੱਚੇ ਪਾਤਸ਼ਾਹ ਨੇ ਜਦ ਆਵਾਜ਼ ਦਿੱਤੀ, ਕੋਈ ਨਾ ਬੋਲਿਆ। ਦੂਜੀ ਵਾਰ ਫੇਰ ਸਤਿਗੁਰੂ ਨੇ ਸ਼ਬਦ ਕਹੇ, ਕੋਈ ਪਿਆਰਾ ਸਿੱਖ ਹੈ ਜਿਹੜਾ ਇਸ ਅਸਥਾਨ ਦੀ ਸਾਂਭ ਸੰਭਾਲ ਕਰੇ। ਫੇਰ ਚਾਰੇ ਪਾਸੇ ਚੁੱਪ ਸੀ। ਜਦ ਤੀਜੀ ਵਾਰ ਸਤਿਗੁਰੂ ਮਹਾਰਾਜ ਨੇ ਕਿਹਾ, ਕੋਈ ਪਿਆਰਾ ਸਿੱਖ ਇਸ ਅਸਥਾਨ ਦੀ ਸਾਂਭ ਸੰਭਾਲ ਕਰ ਸਕਦਾ ਹੋਵੇ, ਅੱਗੇ ਆਵੇ। ਸਤਿਗੁਰਾਂ ਦੇ ਤੀਜੀ ਵਾਰ ਕਹਿਣ ਤੋਂ ਭਾਈ ਗੁਰਬਖਸ਼ ਸਿੰਘ, ਇਹ ਉਦਾਸੀ ਮਹਾਤਮਾ ਸੀ, ਸਾਧੂ ਸੀ। ਭਾਈ ਗੁਰਬਖਸ਼ ਸਿੰਘ ਉਦਾਸੀ ਸਾਧੂ ਹੱਥ ਜੋੜ ਕੇ ਖਲੋਤੇ ਨੇ ਮਹਾਰਾਜ ਦੇ ਸਾਹਮਣੇ। ਸੱਚੇ ਪਾਤਸ਼ਾਹ, ਇਹ ਸੇਵਾ ਮੈਨੂੰ ਬਖਸ਼ੋ। ਮਹਾਰਾਜ, ਮੈਂ ਸੇਵਾ ਕਰਾਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਗੁਰਬਖਸ਼ ਉਦਾਸੀ ਮਹਾਤਮਾ ਦੇ ਸਿਰ ਤੇ ਹੱਥ ਰੱਖਿਆ। ਪਾਤਸ਼ਾਹ ਜੀ ਕਹਿੰਦੇ, ਇੱਥੇ ਝਾੜੂ ਲਾਇਆ ਕਰੀ, ਇੱਥੇ ਦੀਵਾ ਬੱਤੀ ਕਰਿਆ ਕਰੀ, ਇੱਥੇ ਦੀਵਾ ਸਦਾ ਜਗਦਾ ਰਹੇ। ਜਿਨ੍ਹਾਂ ਘਰਾਂ ਦੇ ਦੀਵੇ ਜਗਦੇ ਰਹਿੰਦੇ ਨੇ, ਉਹਨਾਂ ਘਰਾਂ ਦੀਆਂ ਅਣਖਾਂ ਕਾਇਮ ਰਹਿੰਦੀਆਂ ਨੇ। ਦੀਵਾ ਜੋਤ ਜਗਣ ਦਾ ਮਤਲਬ ਹੈ ਇਸ ਘਰ ਦੀ ਅਣਖ ਕਾਇਮ ਹੈ। ਸਤਿਗੁਰੂ ਮਹਾਰਾਜ ਜੀ ਸਿਰ ਤੇ ਹੱਥ ਰੱਖ ਕਰਕੇ ਗੁਰਬਖਸ਼ ਉਦਾਸੀ ਮਹਾਤਮਾ ਦੇ ਤੁਰਨ ਲੱਗੇ ਨੇ ਤੇ ਭਾਈ ਗੁਰਬਖਸ਼ ਸਿੰਘ ਬੇਨਤੀ ਕਰਦੇ, ਮਹਾਰਾਜ ਮੈਂ ਇੱਥੇ ਇਕੱਲਾ ਰਹਿ ਜਾਵਾਂਗਾ, ਪਾਤਸ਼ਾਹ ਪਹਾੜੀਏ ਮੈਨੂੰ ਤੰਗ ਕਰਨਗੇ, ਦੁਖੀ ਕਰਨਗੇ। ਕਲਗੀਧਰ ਮਹਾਰਾਜ ਜੀ ਕਹਿੰਦੇ, ਤੂੰ ਪਿਆਰ ਦੇ ਨਾਲ ਪਿਤਾ ਸਤਿਗੁਰੂ ਦੇ ਅਸਥਾਨ ਤੇ ਸੇਵਾ ਕਰੀ, ਤੇਰੀ ਕੋਈ ਵਾਹ ਵੱਲ ਵੀ ਨਹੀਂ ਤੱਕ ਸਕੇਗਾ। ਜਿਹੜੇ ਤੈਨੂੰ ਦੁਖੀ ਕਰਨਗੇ ਉਹ ਆਪ ਦੁਖੀ ਹੋ ਕੇ ਮਰ ਜਾਣਗੇ। ਫਿਰ ਕਹਿੰਦਾ, ਮਹਾਰਾਜ ਤੁਹਾਡੇ ਦਰਸ਼ਨ ਫਿਰ ਮੈਨੂੰ ਕਿਵੇਂ ਹੋਣਗੇ? ਕਲਗੀਧਰ ਸਤਿਗੁਰੂ ਕਹਿੰਦੇ, ਭਾਈ ਗੁਰਬਖਸ਼ ਸਿੰਘ ਆਪਣੇ ਕੇਸਾਂ ਵਿੱਚ ਝਾਤ ਮਾਰਿਆ ਕਰੀ, ਤੈਨੂੰ ਗੁਰੂ ਦੇ ਦੀਦਾਰ ਹੋਇਆ ਕਰਨਗੇ। ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੱਥਾ ਟੇਕ ਕੇ ਵਾਪਸ ਆਨੰਦਗੜ੍ਹ ਕਿਲੇ ਦੇ ਵਿੱਚ ਆਏ ਹੈ। ਸਾਰੀ ਤਿਆਰੀ ਹੋ ਚੁੱਕੀ ਹੈ। ਰਾਤ ਬਤੀਤ ਕੀਤੀ। ਅਗਲਾ ਦਿਨ ਵੀ ਸਾਰਾ ਤਿਆਰੀਆਂ ਦੇ ਵਿੱਚ ਲੰਘ ਗਿਆ। ਪਾਤਸ਼ਾਹ ਜੀ ਨੇ ਆਨੰਦਪੁਰ ਨੂੰ ਛੱਡਣ ਦੀ ਤਰਤੀਬ ਬਣਾਈ ਹੈ।
ਪੰਜ ਪਿਆਰੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਹਨ। ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ, ਪਿਆਰੇ ਸਾਹਿਬ ਸਿੰਘ ਜੀ। ਪੰਜ ਪਿਆਰੇ ਨਾਲ ਹਨ। ਚਾਰ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਹਨ। ਦੋਵੇਂ ਸਤਿਗੁਰੂ ਦੇ ਮਹਿਲ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਤੇ ਸਤਿਕਾਰਯੋਗ ਸਤਿਗੁਰੂ ਪਾਤਸ਼ਾਹ ਜੀ ਦੇ ਮਾਤਾ ਗੁਜਰੀ ਜੀ। ਹੋਰ ਸਿੰਘ ਸੂਰਮੇ ਸਾਰਾ ਪਰਿਵਾਰ ਨਾਲ ਹੈ ਤੇ ਮਾਤਾ ਜੀ ਨੂੰ ਸੱਚੇ ਪਾਤਸ਼ਾਹ ਨੇ ਇੱਕ ਖੁਰਜੀ ਦੇ ਵਿੱਚ, ਇੱਕ ਥੈਲੀ ਦੇ ਵਿੱਚ ਕੁਝ ਮੋਹਰਾਂ ਪਾ ਕੇ ਦਿੱਤੀਆਂ ਨੇ। ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਇਹ ਮਾਤਾ ਗੁਜਰੀ ਜੀ ਦੇ ਨਾਲ ਕੀਤੇ ਨੇ। ਭਾਈ ਮਨੀ ਸਿੰਘ ਜੀ ਮਾਤਾ ਗੁਜਰੀ ਜੀ ਦੇ ਨਾਲ ਹਨ। ਭਾਈ ਜਵਾਹਰ ਸਿੰਘ ਨਾਲ ਹਨ। ਭਾਈ ਧੰਨਾ ਸਿੰਘ ਜੀ ਨਾਲ ਹਨ। ਸੋ ਇਹ ਸਾਰੇ ਸਿੰਘ ਜਿਹੜੇ ਨੇ ਅਜੇ ਤੇ ਕਾਫਲੇ ਵਿੱਚ ਇਕੱਠੇ ਹਨ। ਪੰਜ ਪਿਆਰੇ ਸ਼ਸਤਰਧਾਰੀ ਘੋੜਿਆਂ ਤੇ ਅਸਵਾਰ। ਮਹਾਰਾਜ ਕਹਿੰਦੇ ਕਾਫਲਾ ਇਸ ਤਰ੍ਹਾਂ ਆਨੰਦਗੜ੍ਹ ਦੇ ਕਿਲ੍ਹੇ ਤੋਂ ਬਾਹਰ ਨਿਕਲੇਗਾ ਅੱਜ ਰਾਤ ਨੂੰ। ਪੰਜ ਪਿਆਰੇ ਅੱਗੇ ਹੋਣਗੇ, ਨਾਲ ਸਿੰਘਾਂ ਦਾ ਜਥਾ ਹੈ। ਕਲਗੀਧਰ ਪਾਤਸ਼ਾਹ ਜੀ ਕਹਿੰਦੇ ਅਸੀਂ ਆਪ ਹੋਵਾਂਗੇ ਔਰ ਨਾਲ ਬਾਬਾ ਜੁਝਾਰ ਸਿੰਘ ਜੀ ਹਨ ਮਹਾਰਾਜ ਦੇ। ਵਿੱਚ ਮਾਤਾਵਾਂ ਮਾਤਾ ਸਾਹਿਬ ਦੇਵਾਂ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ, ਭਾਈ ਧੰਨਾ ਸਿੰਘ, ਭਾਈ ਜਵਾਹਰ ਸਿੰਘ, ਇਹ ਸਾਰੇ ਨਾਲ ਹੋਣਗੇ। ਫਿਰ ਮਾਤਾ ਗੁਜਰੀ ਜੀ ਛੋਟੇ ਦੋਵਾਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕਾਫਲੇ ਵਿੱਚ ਸ਼ਾਮਲ ਹੋਣਗੇ। ਉਦੋਂ ਪਿੱਛੇ ਭਾਈ ਉਦੈ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਔਰ ਨਾਲ ਪਿੱਛੇ ਬਾਬਾ ਅਜੀਤ ਸਿੰਘ ਸਾਹਿਬ ਹੋਣਗੇ। ਕਲਗੀਧਰ ਮਹਾਰਾਜ ਜੀ ਨੇ ਇਹ ਤਰਤੀਬ ਬਣਾਈ ਹੈ। ਸੰਨ 1704 ਆ ਪੋਹ ਦੇ ਦਿਨ ਨੇ, 6 ਪੋਹ ਦਾ ਦਿਨ ਆਇਆ। 20 ਦਸੰਬਰ ਦਾ ਦਿਨ ਹੈ। ਸ਼ਾਮਾਂ ਪੈ ਗਈਆਂ। ਹਨੇਰੇ ਨੇ ਧਰਤੀ ਦੀ ਹਿੱਕ ਤੇ ਆਪਣੇ ਪੈਰ ਪਸਾਰੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਾਫਲੇ ਸਮੇਤ ਆਨੰਦਗੜ੍ਹ ਦੇ ਕਿਲ੍ਹੇ ਨੂੰ ਛੱਡ ਦਿੱਤਾ। ਸਤਿਗੁਰੂ ਪਾਤਸ਼ਾਹ ਜੀ ਰਾਤ ਵੇਲੇ ਆਪਣੇ ਪਰਿਵਾਰ ਸਿੰਘਾਂ ਸੂਰਮਿਆਂ ਦੇ ਸਮੇਤ ਆਨੰਦਗੜ੍ਹ ਨੂੰ ਖਾਲੀ ਕਰਕੇ ਜਾ ਰਹੇ ਨੇ। ਇਹ ਕਾਫਲਾ ਕੀਰਤਪੁਰ ਸਾਹਿਬ ਤੱਕ ਤਾਂ ਬਿਲਕੁਲ ਸਹੀ ਸਲਾਮਤ ਪੁੱਜਾ। ਪਰ ਜਦ ਹੀ ਮਹਾਰਾਜ ਜੀ ਕੀਰਤਪੁਰ ਪੁੱਜੇ ਨੇ, ਕੀਰਤਪੁਰ ਤੋਂ ਅਜੇ ਅੱਗੇ ਹੋਏ ਹੀ ਨੇ, ਤਾਂ ਉਹਨਾਂ ਪਹਾੜੀ ਰਾਜਿਆਂ ਨੇ ਜਿਨ੍ਹਾਂ ਨੇ ਗਊ ਦੀਆਂ, ਗੀਤਾ ਦੀਆਂ, ਜੰਮੂ ਦੀਆਂ ਕਸਮਾਂ ਖਾਧੀਆਂ ਸੀ, ਆਨੰਦਪੁਰ ਨੂੰ ਛੱਡ ਦਿਓ, ਤੁਹਾਨੂੰ ਕੁਛ ਨਹੀਂ ਕਿਹਾ ਜਾਏਗਾ। ਜਿਨ੍ਹਾਂ ਨੇ ਕੁਰਾਨ ਦੀਆਂ ਕਸਮਾਂ ਖਾਧੀਆਂ ਸੀ, ਨਵਾਬਾਂ ਨੇ, ਮੁਗਲ ਜਰਨੈਲਾਂ ਨੇ, ਔਰੰਗੇ ਨੇ, ਸਾਰਿਆਂ ਨੇ ਖਾਧੀਆਂ ਕਸਮਾਂ ਭੁਲਾ ਦਿੱਤੀਆਂ, ਵਿਸਾਰ ਦਿੱਤੀਆਂ। ਤੇ ਦੁਸ਼ਮਣ ਨੇ ਵੱਡੀ ਗਿਣਤੀ ਵਿੱਚ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਕਾਫਲੇ ਤੇ ਹੱਲਾ ਬੋਲ ਦਿੱਤਾ ਹੈ। ਆਵਾਜ਼ ਦਿੱਤੀ ਦੁਸ਼ਮਣ ਨੇ, ਹਥਿਆਰ ਸੁੱਟ ਦਵੋ ਸਿੱਖੋ। ਹੁਣ ਇਹ ਆਨੰਦਪੁਰ ਦੀਆਂ ਪਹਾੜੀਆਂ ਨਹੀਂ, ਹੁਣ ਇਹ ਆਨੰਦਗੜ੍ਹ ਦਾ ਕਿਲ੍ਹਾ ਨਹੀਂ, ਹੁਣ ਤੁਸੀਂ ਖੁੱਲੇ ਮੈਦਾਨ ਦੇ ਵਿੱਚ ਹੋ, ਤੁਸੀਂ ਘਿਰ ਚੁੱਕੇ ਹੋ ਦੁਸ਼ਮਣ ਦੀ ਫੌਜ ਦੇ ਵਿੱਚ, ਹਥਿਆਰ ਸੁੱਟ ਦਵੋ। ਬਾਬਾ ਅਜੀਤ ਸਿੰਘ ਸਾਹਿਬ ਜੀ ਨੇ ਜਵਾਬ ਦਿੱਤਾ ਹੈ ਦੁਸ਼ਮਣ ਨੂੰ ਕਿ ਇਹ ਦੁਸ਼ਮਣ ਭਾਵੇਂ ਆਨੰਦਗੜ੍ਹ ਦਾ ਕਿਲ੍ਹਾ ਹੋਵੇ, ਆਨੰਦਪੁਰ ਦੀਆਂ ਪਹਾੜੀਆਂ ਹੋਣ ਜਾਂ ਖੁੱਲਾ ਮੈਦਾਨ ਹੋਵੇ, ਪਿਤਾ ਸਤਿਗੁਰੂ ਨੇ ਇਹ ਸ਼ਸਤਰ ਪਕੜਾਏ ਨੇ। ਜਦੋਂ ਤੱਕ ਸਾਡੇ ਸਰੀਰਾਂ ਦੇ ਵਿੱਚ ਜਾਨ ਹੈ, ਅਸੀਂ ਕਦੇ ਵੀ ਤੁਹਾਡੇ ਸਾਹਮਣੇ ਆਪਣੇ ਸ਼ਸਤਰ ਨਹੀਂ ਸੁੱਟਾਂਗੇ। ਆਪ ਸਭ ਨੂੰ ਪਤਾ ਹੈ ਕੀਰਤਪੁਰ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸਥਾਨ ਤੇ, ਆਪਣੇ ਵੱਡੇ ਸਤਿਗੁਰਾਂ ਦੇ ਅਸਥਾਨ ਤੇ ਨਮਸਕਾਰ ਕੀਤੀ ਹੈ। ਔਰ ਇੱਥੋਂ ਹੀ ਮਹਾਰਾਜ ਨੇ ਰਾਜੇ ਨਾਹਨ ਨੂੰ ਚਿੱਠੀ ਲਿਖੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ, ਕਿਉਂਕਿ ਮਹਾਰਾਜ ਦੇ ਤਾਇਆ ਜੀ ਬਾਬਾ ਸੂਰਜਮਲ, ਉਹਨਾਂ ਦੇ ਪੋਤਰੇ, ਚਿੱਠੀ ਲਿਖ ਕੇ ਨਾਹਨ ਰਾਜੇ ਨੂੰ ਕਿਹਾ ਹੈ ਤੇਰੇ ਕੋਲ ਭੇਜ ਰਹੇ ਹਾਂ। ਗੁਲਾਬ ਰਾਏ, ਸ਼ਿਆਮ ਸਿੰਘ, ਇਹਨਾਂ ਨੂੰ ਤੂੰ ਆਪਣੇ ਕੋਲ ਰੱਖ ਲੈ।
तो बाबा सूरजमल ਦੇ ਪੋਤੇ ਇਹ ਚਿੱਠੀ ਲੈ ਕਰਕੇ ਨਾਹਨ ਚਲੇ ਗਏ ਸਨ ਤੇ ਉਥੇ ਨਾਹਨ ਦੇ ਰਾਜੇ ਨੇ ਇੱਕ ਪਿੰਡ ਗਿਰਵੀ ਦੇ ਦਿੱਤਾ ਸੀ ਜਿੱਥੇ ਰਹਿੰਦੇ ਰਹੇ। ਹੁਣ ਦੁਸ਼ਮਣ ਨੇ ਪਿੱਛੋਂ ਹੱਲਾ ਬੋਲਿਆ ਹੈ। ਸਾਡੇ ਇਤਿਹਾਸਕਾਰ ਕਹਿੰਦੇ ਆ ਮਹਾਰਾਜ ਕਲਗੀਧਰ ਜੀ ਨੇ ਜਦ ਆਨੰਦਪੁਰ ਛੱਡਿਆ ਨਾ, ਕਾਫਲਾ ਜਦੋਂ ਚੱਲਿਆ, ਬਾਬਾ ਅਜੀਤ ਸਿੰਘ ਨੂੰ ਵੱਡੇ ਸਾਹਿਬਜ਼ਾਦੇ ਨੂੰ ਕਿਉਂ ਪਿੱਛੇ ਰੱਖਿਆ ਕਾਫਲੇ ਦੇ? ਕਿਉਂਕਿ ਸਤਿਗੁਰੂ ਕਲਗੀਧਰ ਮਹਾਰਾਜ ਜੀ ਜਾਣਦੇ ਸਨ ਵੀ ਜਦੋਂ ਆਨੰਦਪੁਰ ਨੂੰ ਛੱਡਾਂਗੇ, ਜੇ ਦੁਸ਼ਮਣ ਨੇ ਹੱਲਾ ਕੀਤਾ ਤਾਂ ਅੱਗੋਂ ਨਹੀਂ, ਦੁਸ਼ਮਣ ਨੇ ਹੱਲਾ ਪਿੱਛੋਂ ਕਰਨਾ ਹੈ। ਇਸ ਲਈ ਬਾਬਾ ਅਜੀਤ ਸਿੰਘ ਸਾਹਿਬ ਨੂੰ ਕਾਫਲੇ ਦੇ ਪਿੱਛੇ ਰੱਖਿਆ। ਭਾਈ ਉਦੈ ਸਿੰਘ ਨਾਲ ਨੇ, ਸਿੰਘ ਸੂਰਮਿਆਂ ਦੀ ਟੁਕੜੀ ਨਾਲ ਹੈ ਵੀ ਜੇ ਦੁਸ਼ਮਣ ਹੱਲਾ ਕਰੇ, ਇਹ ਅਜੀਤ ਸਿੰਘ ਜੀ ਦੁਸ਼ਮਣ ਨੂੰ ਰੋਕਣਾ, ਦੁਸ਼ਮਣ ਦਾ ਮੁਕਾਬਲਾ ਕਰਨਾ ਇਹ ਤੁਹਾਡਾ ਕੰਮ ਹੈ। ਕੱਲ ਨੂੰ ਕੋਈ ਦੁਨੀਆ ਦਾ ਬੰਦਾ ਇਹ ਨਾ ਕਹੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰਾਂ ਨੂੰ ਬਚਾ ਕੇ ਲੈ ਕੇ ਚਲਿਆ ਗਿਆ, ਲੋਕਾਂ ਦੇ ਮਰਵਾ ਗਿਆ, ਤਾਂ ਬਾਬਾ ਅਜੀਤ ਸਿੰਘ ਸਾਹਿਬ ਨੂੰ ਕਾਫਲੇ ਦੇ ਪਿੱਛੇ ਰੱਖਿਆ ਹੈ। ਸ਼ਾਹੀ ਟਿੱਬੀ ਤੇ ਖਾਲਸਾ ਜੀ ਜੰਗ ਹੋਈ। ਧੰਨ ਗੁਰੂ ਕਲਗੀਧਰ ਮਹਾਰਾਜ ਜੀ ਦਾ ਇੱਕ ਕਾਫਲਾ 6-7 ਪੋਹ ਦੀ ਰਾਤ ਸੀ। ਹੱਡਾਂ ਨੂੰ ਚੀਰਦੀ ਹੋਈ ਸੀਤ ਲਹਿਰ ਚੱਲਦੀ ਹੈ, ਆਕਾਸ਼ ਦੇ ਵਿੱਚ ਬੱਦਲ ਹਨ, ਕਿਣਮਣ ਕਿਣਮਣ ਹੋ ਰਹੀ ਹੈ, ਮੀਂਹ ਪੈ ਰਿਹਾ ਹੈ, ਅੱਗੇ ਕੁਝ ਦੂਰੀ ਤੇ ਸਰਸਾ ਹੈ। ਪਹਾੜਾਂ ਦੇ ਵਿੱਚ ਬਾਰਿਸ਼ ਹੋਣ ਕਰਕੇ ਸਰਸਾ ਦੇ ਵਿੱਚ ਵੀ ਹੜ੍ਹ ਆਇਆ ਹੋਇਆ, ਉਹਦਾ ਪਾਣੀ ਚੜਿਆ ਹੋਇਆ ਹੈ। ਪਾਤਸ਼ਾਹ ਜੀ ਜਾ ਰਹੇ ਨੇ, ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ ਜੀ ਹੋਰ ਸਿੰਘ ਸੂਰਮਿਆਂ ਨੇ ਦੁਸ਼ਮਣ ਨੂੰ ਰੋਕਿਆ ਹੈ। ਸ਼ਾਹੀ ਟਿੱਬੀ ਤੇ ਜੰਗ ਹੋਈ। ਭਾਈ ਉਦੈ ਸਿੰਘ ਭਾਈ ਮਨੀ ਸਿੰਘ ਸਾਹਿਬ ਦੇ ਪੁੱਤਰ ਹਨ, ਜਿਨ੍ਹਾਂ ਨੇ ਆਨੰਦਪੁਰ ਦੀ ਜੰਗ ਦੇ ਵਿੱਚ ਰਾਜੇ ਕੇਸਰੀ ਚੰਦ ਦਾ ਸਿਰ ਵੱਢ ਕੇ ਲਿਆਂਦਾ ਸੀ ਭਾਈ ਉਦੈ ਸਿੰਘ ਨੇ। ਤੇ ਭਾਈ ਬਚਿੱਤਰ ਸਿੰਘ ਜਿਨ੍ਹਾਂ ਨੇ ਨਾਗਨੀ ਵਰਸ਼ਾ ਹਾਥੀ ਦੇ ਮੱਥੇ ਵਿੱਚ ਮਾਰਿਆ ਸੀ। ਉਦੋਂ ਭਾਈ ਉਦੈ ਸਿੰਘ ਕੇਸਰੀ ਚੰਦ ਰਾਜੇ ਦਾ ਸਿਰ ਵੱਢ ਕੇ ਕਲਗੀਧਰ ਜੀ ਦੇ ਚਰਨਾਂ 'ਚ ਲੈ ਕੇ ਆਏ ਸੀ। ਬੜੇ ਵੀਰ ਬਹਾਦਰ ਸਨ। ਭਾਈ ਉਦੈ ਸਿੰਘ ਦੁਸ਼ਮਣ ਦੇ ਨਾਲ ਜੂਝਦੇ ਪਏ ਹਨ ਤੇ ਦੁਸ਼ਮਣ ਦੇ ਮਨ ਵਿੱਚ ਇਹ ਭੁਲੇਖਾ ਹੈ, ਉਹ ਭਾਈ ਉਦੈ ਸਿੰਘ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਸਮਝੀ ਗਏ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ। ਸਤਿਗੁਰੂ ਦਾ ਕਾਫਲਾ ਅੱਗੇ ਵਧਿਆ ਹੈ। ਭਾਈ ਉਦੈ ਸਿੰਘ ਜੰਗ ਕਰ ਰਹੇ ਨੇ ਤੇ ਜੰਗ ਕਰਦਿਆਂ ਕਰਦਿਆਂ ਭਾਈ ਉਦੈ ਸਿੰਘ ਦੇ ਜਿੱਥੇ ਨਾਲ ਦੇ ਸਿੰਘ ਸਾਥੀ ਸ਼ਹੀਦ ਹੋਏ, ਭਾਈ ਉਦੈ ਸਿੰਘ ਆਪ ਵੀ ਸ਼ਹੀਦ ਹੋ ਗਏ ਨੇ। ਦੁਸ਼ਮਣ ਨੇ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਹੈ, ਪਰ ਕੁਝ ਸਮੇਂ ਬਾਅਦ ਪਛਾਣ ਹੋਈ ਇਹ ਤਾਂ ਗੁਰੂ ਗੋਬਿੰਦ ਸਿੰਘ ਨਹੀਂ, ਇਹ ਤਾਂ ਗੁਰੂ ਦਾ ਕੋਈ ਸਿੰਘ ਹੈ, ਇਹ ਭਾਈ ਉਦੈ ਸਿੰਘ ਹੈ। ਫਿਰ ਪਛਾਣ ਹੋ ਗਈ। ਜਿੱਥੇ ਅੱਜ ਕੱਲ ਅਟਾਰੀ ਪਿੰਡ ਹੈ, ਉਦੋਂ ਇੱਥੇ ਅਟਾਰੀ ਪਿੰਡ ਵੱਜਾ ਨਹੀਂ ਸੀ। ਭਾਈ ਉਦੈ ਸਿੰਘ ਦੀ ਇਸ ਪਿੰਡ ਵਿੱਚ ਇੱਥੇ ਸ਼ਹਾਦਤ ਹੋਈ ਹੈ। ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਦਾ ਅਸਥਾਨ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਉਹ ਕਲਪ ਬ੍ਰਿਸ਼ ਵੀ ਹੈ ਜਿਹਦੇ ਹੇਠਾਂ ਭਾਈ ਉਦੈ ਸਿੰਘ ਦੀ ਸ਼ਹਾਦਤ ਹੋਈ ਸੀ। ਸਤਿਗੁਰੂ ਅੱਗੇ ਵਧੇ ਹੈ। ਸਾਹਮਣੇ ਸਰਸਾ ਦਾ ਕਿਨਾਰਾ ਆਇਆ, ਅੰਮ੍ਰਿਤ ਵੇਲਾ ਹੋ ਗਿਆ ਸੀ। ਪਾਤਸ਼ਾਹ ਨੂੰ ਪੁੱਛਦੇ ਨੇ, ਪਿਆਰੇ ਦਇਆ ਸਿੰਘ ਮਹਾਰਾਜ ਕੀ ਹੁਕਮ ਹੈ? ਕਲਗੀਧਰ ਜੀ ਕਹਿੰਦੇ, ਪਿਆਰੇ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ ਹੈ, ਇੱਥੇ ਸਰਸਾ ਦੇ ਕੰਢੇ ਹੀ ਦੀਵਾਨ ਸਜਾਵਾਂਗੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਸਰਸਾ ਦੇ ਕੰਢੇ ਤੇ ਦੀਵਾਨ ਸਜਾਇਆ। ਆਪ ਸਤਿਗੁਰੂ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ। ਦੁਨੀਆ ਦਾ ਮਹਾਨ ਯੋਧਾ ਸੂਰਮਾ ਸਤਿਗੁਰੂ ਮਹਾਰਾਜ ਜੀ ਦਾ ਅੱਜ 7 ਪੋਹ ਅੰਮ੍ਰਿਤ ਵੇਲੇ ਪਰਿਵਾਰ ਇਕੱਠਾ ਹੈ, ਪਰ ਸਰਸਾ ਪਾਰ ਕਰਦਿਆਂ ਪਰਿਵਾਰ ਐਸਾ ਵਿਛੜੇਗਾ, ਸਰੀਰਾਂ ਕਰਕੇ ਫਿਰ ਕਦੇ ਵੀ ਮੇਲ ਨਹੀਂ ਹੋਵੇਗਾ ਜ਼ਰੂਰ, ਪਰ ਪਿਤਾ ਗੁਰੂ ਤੇਗ ਬਹਾਦਰ ਜੀ ਦੇ ਕੋਲ ਸੱਚਖੰਡ ਵਿੱਚ ਜਾ ਕੇ ਸੱਚੇ ਪਾਤਸ਼ਾਹ ਬੈਠ ਗਏ ਨੇ, ਸਿੰਘ ਕੁਝ ਬੈਠ ਗਏ ਨੇ। ਬਾਬਾ ਜੀਵਨ ਸਿੰਘ, ਬਾਬਾ ਅਜੀਤ ਸਿੰਘ ਜੀ, ਸਿੰਘ ਸੂਰਮੇ, ਉਹਨਾਂ ਦੀਵਾਰ ਬਣ ਕੇ ਦੁਸ਼ਮਣ ਨੂੰ ਰੋਕਿਆ ਹੋਇਆ ਹੈ। ਅੱਲਾ ਯਾਰ ਖਾਂ ਜੋਗੀ ਉਹਨਾਂ ਗੰਜੇ ਸ਼ਹੀਦਾਨ ਵਫਾ ਦੇ ਵਿੱਚ 2 ਛੋਟੀਆਂ ਪੁਸਤਕਾਂ ਲਿਖੀਆਂ ਸਨ 1915-16 ਦੇ ਵਿੱਚ, ਔਰ ਬੜੇ ਭਾਵਪੂਰਤ ਸ਼ਬਦ ਉਹਨਾਂ ਨੇ ਆਪਣੀ ਨਜ਼ਮ ਵਿੱਚ ਵਰਤੇ ਹੈ।
सतगुरु अब आन पहुंचे थे सरसा नदी के पास, थे चाहते बुझाएं वह 12 पहर की प्यास। स्नान करके और बदल के नया लिबास, वाहिगुरु का जाप करें और करें सपास। जप जी का जाप इस घड़ी करना जरूर था, पढ़ के गुरु ग्रंथ और बढ़ाना सरूर था। जरूरी सी जपजी ਸਾਹਿਬ ਦਾ ਪਾਠ ਕਰਨਾ, ਬਾਣੀ ਦਾ ਜਾਪ ਕਰਨਾ, ਆਪਣੇ ਅੰਦਰ ਨੂੰ ਬਲ ਬਖਸ਼ਣਾ। ਜਦੋਂ ਮਹਾਰਾਜ ਸਰਸਾ ਦੇ ਕੰਢੇ ਤੇ ਆ ਪਹੁੰਚੇ ਹੈ, ਅੱਲਾ यार खां जोगी जी शब्द लिखते ने, था सिर पे वक्त आ गया आसा की वार का, साजों के जीरो बम का चढ़ाओ उतार का, मनशा था कलगीधर के दिले बेकरार का, मौका मिले तो कर लें भजन किरदगार का, जब महव बंदगी हुए नानक के जानसीन, आ टूटे खालसा पे अचानक कई लईन। ਅੱਲਾ ਯਾਰ ਖਾਂ ਜੋਗੀ ਜੀ ਕਹਿੰਦੇ ਜਦ ਬੰਦਗੀ ਦੇ ਵਿੱਚ ਲੀਨ ਸਨ ਤੇ ਕਈ ਲਾਂਤੀ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਉਹਨਾਂ ਨੇ ਸਤਿਗੁਰੂ ਦੇ ਕਾਫਲੇ ਤੇ ਹੱਲਾ ਬੋਲ ਦਿੱਤਾ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਵਿਪਤਾ ਦੇ ਸਮੇਂ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ, ਆਪ ਆਸਾ ਦੀ ਵਾਰ ਦਾ ਕੀਰਤਨ ਕੀਤਾ ਹੈ। ਇਸ ਤੋਂ ਅਗਲੇਰਾ ਪ੍ਰਸੰਗ ਕੱਲ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਆਨੰਦਪੁਰ ਤੋਂ ਸਤਿਗੁਰੂ ਸਰਸਾ ਦੇ ਕੰਢੇ ਪਹੁੰਚੇ ਹੈ। ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸਮੱਤ ਬਖਸ਼ਣੀ। ਆਓ 2 ਮਿੰਟ ਵਾਸਤੇ ਸਾਰੀਆਂ ਸੰਗਤਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਜੁੜੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮਗਰੀ ਸਮਰਾ ਸੂਤਰ ਤਾਰੀ ਸਮਦੇ ਹੋ ਸੋ ਆਗਿਆ ਜੇ ਤੁਮਰੇ ਦਾਤ ਨਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਬਾਨ ਤਦ ਅਗੇ ਅਰਦਾਸ ਹਮਾਰੀ ਜਿਉ ਪਿੰਡ